मूसेवाला कतलकांड ਦੇ म्यूजिक इंडस्ट्री ਦੇ ਨਾਲ जुड़े दो लोग नामजद पिता बलकौर सिंह ने डीजीपी ਨੂੰ ਦਿੱਤੀ ਸੀ शिकायत। ਦੋਹਾਂ ਦੇ ਕੋਲ ਪਏ ਨੇ मूसेवाला ਦੇ 50 ਤੋਂ ਵੀ ਵੱਧ ਗੀਤ। ਅੱਜ ਪੇਸ਼ ਕੀਤਾ ਜਾ ਸਕਦਾ मूसेवाला ਕਤਲकांड ਦੇ ਵਿੱਚ ਚਲਾਨ ਸੂਤਰਾਂ ਦੇ ਮੁਤਾਬਿਕ ਹੁਣ ਤੱਕ ਕਰੀਬ 25 ਲੋਕਾਂ ਨੂੰ ਕੀਤਾ ਗਿਆ ਨਾਮਜ਼ਦ, 40 ਤੋਂ ਜ਼ਿਆਦਾ ਨੇ ਗਵਾਹ। मूसेवाला ਦੇ ਲਈ इंसाफ ਦੀ ਮੰਗ ਨੂੰ ਲੈ ਕੇ ਮਾਨਸਾ ਤੋਂ ਜਵਾਹਰ ਕੇ ਤੱਕ ਕੱਢਿਆ ਗਿਆ ਕੈਂਡਲ ਮਾਰਚ। मूसेवाला ਦੇ ਮਾਤਾ ਪਿਤਾ ਨੇ ਸਰਕਾਰ ਦੇ ਅੱਗੇ ਰੱਖੀਆਂ 3 ਮੰਗਾਂ। ਸੁਰੱਖਿਆ ਦੇ ਵਿੱਚ ਕੋਤਾਹੀ ਦੀ ਜਾਂਚ ਦੇ ਲਈ ਕਮਿਸ਼ਨ ਬਣੇ, ਪੰਜਾਬੀ ਇੰਡਸਟਰੀ ਤੇ ਗੈਂਗਸਟਰਾਂ ਦੇ ਲਿੰਕ ਦੀ ਜਾਂਚ ਹੋਵੇ, ਗੋਲਡੀ ਬਰਾੜ ਨੂੰ ਲਿਆਂਦਾ ਜਾਵੇ ਪੰਜਾਬ। सोनाली फोगाट ਦਾ ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ। ਹਿਸਾਰ ਦੇ ਵਿੱਚ ਦਿੱਤੀ ਜਾਵੇਗੀ ਅੰਤਿਮ ਵਿਦਾਈ। ਗੋਆ ਦੇ ਵਿੱਚ ਮੰਗਲਵਾਰ ਨੂੰ ਹੋਈ ਸੀ ਸੋਨਾਲੀ ਦੀ ਮੌਤ। सोनाली फोगाट ਦੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਸਰੀਰ ਤੇ ਸੱਟਾਂ ਦੇ ਮਿਲੇ ਨੇ ਨਿਸ਼ਾਨ। ਗੋਆ ਪੁਲਿਸ ਨੇ 302 ਦਾ ਪਰਚਾ ਕੀਤਾ ਦਰਜ। ਪਰਿਵਾਰ ਨੇ ਸੋਨਾਲੀ ਦੇ ਪੀਏ ਤੇ ਲਾਏ ਗੰਭੀਰ ਇਲਜ਼ਾਮ। ਸੂਤਰਾਂ ਤੋਂ ਖਬਰ ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ਦੀ ਭੂਮਿਕਾ ਦੀ ਜਾਂਚ। गुजरात ਦੇ ਵਿੱਚ ਫੜੀ 2900 ਕਿਲੋ ਹੈਰੋਇਨ ਦੇ ਮਾਮਲੇ 'ਚ ਐਨਆਈਏ ਦਾ ਐਕਸ਼ਨ। ਦਿੱਲੀ ਦੇ ਰਹਿਣ ਵਾਲੇ 2 ਲੋਕਾਂ ਨੂੰ ਕੀਤਾ ਗ੍ਰਿਫਤਾਰ। ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ ਸਵੇਰੇ 11 ਵਜੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਪੰਜਾਬ ਸਕੱਤਰੇਤ ਦੇ ਵਿੱਚ ਹੋਏਗੀ ਮੀਟਿੰਗ। ਕਾਂਗਰਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਚੁੱਕੇ ਸਵਾਲ। ਕਿਹਾ 500 ਕਰੋੜ ਦਾ ਹੋਇਆ ਘੁਟਾਲਾ, ਸੀਬੀਆਈ ਤੇ ਈਡੀ ਜ਼ਰੀਏ ਹੋਵੇ ਜਾਂਚ। ਆਪ ਦਾ ਜਵਾਬ, ਐਕਸਾਈਜ਼ ਜ਼ਰੀਏ ਅਸੀਂ ਵਧਾਇਆ ਪੰਜਾਬ ਦਾ ਰੈਵਨਿਊ। ਕੋਟਕਪੁਰਾ ਗੋਲੀकांड ਤੇ ਸੰਮਨ ਜਾਰੀ ਹੋਣ ਤੇ ਬੋਲੇ ਸੁਖਬੀਰ ਬਾਦਲ ਕਿ ਅਜੇ ਤੱਕ ਮੈਨੂੰ ਨਹੀਂ ਮਿਲਿਆ ਸੰਮਨ, ਸੱਦਿਆ ਜਾਵੇਗਾ ਤਾਂ ਜਾਂਚ ਦੇ ਵਿੱਚ ਜ਼ਰੂਰ ਹੋਵਾਂਗੇ ਸ਼ਾਮਲ, ਸਾਨੂੰ ਨਹੀਂ ਕੋਈ ਡਰ। ਐਸਆਈਟੀ ਨੇ 30 ਅਗਸਤ ਤੋਂ ਸੁਖਬੀਰ ਨੂੰ ਕੀਤਾ ਤਲਬ। ਸੰਗਰੂਰ ਦੇ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਦੀ ਸੀਸੀਟੀਵੀ ਆਈ ਸਾਹਮਣੇ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੁਲਜ਼ਮ ਨੇ ਉਤਾਰੀ ਟੀ-ਸ਼ਰਟ, ਜੰਗਲਾ ਲੰਘਣ ਦੀ ਕੀਤੀ ਕੋਸ਼ਿਸ਼। ਮੌਕੇ ਤੇ ਮੌਜੂਦ ਲੋਕਾਂ ਨੇ ਕੀਤਾ ਕਾਬੂ। ਮੁਫਤ ਚੋਣ ਵਾਅਦਿਆਂ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਆ ਸਕਦਾ ਫੈਸਲਾ। ਪਿਛਲੀ ਸੁਣਵਾਈ ਦੇ ਵਿੱਚ ਸਾਰੀਆਂ ਧਿਰਾਂ ਨੇ ਜਵਾਬ ਕੀਤਾ ਸੀ ਦਾਖਲ। ਧਰਨਾ ਦੇ ਰਹੇ ਪ੍ਰੋਫੈਸਰਾਂ ਦੇ ਨਾਲੋਂ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਕਿਹਾ ਮੈਨੂੰ ਭਜਾਉਣਾ ਤੇ ਖੁਦ ਦੇ ਕੰਮਾਂ ਤੇ ਪਰਦਾ ਪਾਉਣਾ ਹੈ ਤੁਹਾਡਾ ਮਕਸਦ, ਮੈਂ ਨਹੀਂ ਹੋਣ ਦਿਆਂਗਾ ਕਾਮਯਾਬ। BC ਦਫ਼ਤਰ ਦੇ ਅੱਗੇ ਧਰਨਾ ਦੇ ਰਹੇ ਨੇ ਪ੍ਰੋਫੈਸਰ। ਗੁਰਦਾਸਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ, 2 ਮੋਟਰਸਾਈਕਲਾਂ ਦੀ ਆਮੋ ਸਾਹਮਣੇ ਤੋਂ ਹੋਈ ਟੱਕਰ, ਹਵਾ ਦੇ ਵਿੱਚ ਉੱਡ ਗਏ 3 ਲੋਕ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰੇ ਦੇ ਨਾਲ ਹੋਵੋਗੇ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। मूसेवाला कतल मामले ਦੇ ਵਿੱਚ 2 ਹੋਰ ਵਿਅਕਤੀ ਨਾਮਜ਼ਦ ਕੀਤੇ ਗਏ ਨੇ। ਮਿਊਜ਼ਿਕ ਇੰਡਸਟਰੀ ਦੇ ਨਾਲ ਇਹ ਲੋਕ ਸੰਬੰਧ ਰੱਖਦੇ ਨੇ, ਇਹ ਦੋਵੇਂ ਸੰਬੰਧ ਰੱਖਦੇ ਨੇ। ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ਤੇ ਐਕਸ਼ਨ ਲਿਆ ਗਿਆ। ਬਲਕੌਰ ਸਿੰਘ ਨੇ ਡੀਜੀਪੀ ਨੂੰ ਦੱਸਿਆ ਕਿ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਇਹ ਐਕਸ਼ਨ ਹੋਇਆ ਹੈ। ਦੋਹਾਂ ਦੇ ਕੋਲ ਮੂਸੇਵਾਲਾ ਦੇ 50 ਤੋਂ ਵੀ ਵੱਧ ਗੀਤ ਪਏ ਨੇ। ਜੋ ਜਾਣਕਾਰੀ ਹੈ ਇਹਨਾਂ 2 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਹੁਣ ਤੱਕ ਗੱਲ ਕੀਤੀ ਜਾਵੇ ਤਾਂ ਜਿਹੜੇ ਮੋਹਰੇ ਲੋਕ ਨੇ, ਯਾਨੀ ਕਿ ਜਿਨ੍ਹਾਂ ਦੇ ਵੱਲੋਂ ਸਿੱਧੀਆਂ ਗੋਲੀਆਂ ਭਰਾਈਆਂ ਗਈਆਂ, ਜਿਨ੍ਹਾਂ ਦੇ ਵੱਲੋਂ ਪਲੈਨਿੰਗ ਕੀਤੀ ਗਈ, ਜਿਨ੍ਹਾਂ ਦੇ ਵੱਲੋਂ ਗੱਡੀਆਂ ਮੁਹੱਈਆ ਕਰਾਈਆਂ ਗਈਆਂ, ਹਥਿਆਰ ਮੁਹੱਈਆ ਕਰਾਏ ਗਏ, ਰੇਕੀ ਕੀਤੀ ਗਈ, ਤਾਂ ਉਹ ਲੋਕ ਹੁਣ ਤੱਕ ਇਸ ਦੇ ਵਿੱਚ ਨਾਮਜ਼ਦ ਸਨ। ਜਾਂ ਕਹਿ ਲਈਏ ਕਿ ਉਹਨਾਂ ਦਾ ਸਿੱਧੇ ਤੌਰ ਤੇ ਨਾ ਹੈ, ਇਨਵੋਲਵਮੈਂਟ ਹੈ। ਪਰ ਹੁਣ मूसेवाला कतलकांड ਦੇ ਵਿੱਚ ਇਹ ਵੱਡੀ ਖਬਰ ਹੈ, ਇਸ ਲਈ ਹੈ ਕਿ 2 ਲੋਕ ਜਿਹੜੇ ਨੇ ਉਹ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਸਿੱਧੂ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਦੱਸਦੇ ਕਿ ਸ਼ਿਕਾਇਤ ਕੀਤੀ ਗਈ, ਜਿਸ ਤੇ ਇਹ ਐਕਸ਼ਨ ਲਿਆ ਗਿਆ ਔਰ ਡੀਜੀਪੀ ਨੂੰ ਸਿੱਧੀ ਸ਼ਿਕਾਇਤ ਕੀਤੀ ਗਈ ਸੀ। ਦੋਵਾਂ ਦੇ ਕੋਲ मूसेवाला ਦੇ 50 ਤੋਂ ਵੀ ਵੱਧ ਗੀਤ ਪਏ। ਸੋ ਵੱਡਾ ਮਸਲਾ ਕਹਿ ਸਕਦੇ ਸਿੱਧੂ मूसेवाला ਦੀ ਗੱਲ ਕੀਤੀ ਜਾਵੇ ਤਾਂ ਕਤਲ ਕੀਤਾ ਗਿਆ ਸੀ 29 ਮਈ ਨੂੰ ਸ਼ਰੇਆਮ ਗੋਲੀਆਂ ਬਣਾਈਆਂ ਗਈਆਂ ਸਨ। ਤਾਂ ਉਸ ਤੋਂ ਬਾਅਦ ਜਿੰਨੀ ਵੀ ਕਾਰਵਾਈ ਹੋਈ ਹੈ ਤਾਂ ਪਿਤਾ ਬਲਕੌਰ ਸਿੰਘ ਇਹ ਜ਼ਰੂਰ ਕਹਿ ਰਹੇ ਨੇ ਕਿ ਠੀਕ ਹੈ, ਹੁਣ ਤੱਕ ਸਾਨੂੰ ਸੰਤੁਸ਼ਟੀ ਹੈ, ਪਰ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਕਿ ਪਿੱਠ ਪਿੱਛੋਂ ਛੁਰੀਆਂ ਚਲਾਉਂਦੇ ਰਹੇ ਨੇ, ਪਿੱਠ ਪਿੱਛੋਂ ਜਿਨ੍ਹਾਂ ਦੇ ਵੱਲੋਂ ਅਜਿਹਾ ਕੁਝ ਕਰਦੇ ਰਹੇ ਨੇ, ਤਾਂ ਉਹਨਾਂ ਦੀ ਵੀ ਜ਼ਰੂਰ ਨਾਮਜ਼ਦਗੀ ਹੋਣੀ ਚਾਹੀਦੀ ਹੈ। ਮਨੋਜ ਰਾਠੀ ਫੋਨ ਲਾਈਨ ਤੇ ਨੇ ਜ਼ਿਆਦਾ ਜਾਣਕਾਰੀ ਲਈ। ਮਨੋਜ, ਕੀ ਕੁਝ ਜਾਣਕਾਰੀ ਹੈ ਇਹਨਾਂ 2 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਇਹਨਾਂ ਦੀ ਇਨਵੋਲਵਮੈਂਟ ਕੀ ਕੁਝ ਇੱਥੇ ਸਾਹਮਣੇ ਆ ਰਹੀ ਹੈ? देखो गुरजोत पिछले दिनों जे इसके फादर की गल करी, सिद्धू मूसेवाले के फादर की, तो उन्होंने 1 हफ्ते का अल्टीमेटम दिता सीगा ते उन्होंने साफ तौर पर कहा सीगा कि जेकर
ਸਰਕਾਰ ਨੇ ਉਹਨਾਂ ਦੀ ਜਿਹੜੇ ਮਾਸਟਰਮਾਈਂਡ ਹੈ, ਜਿਹੜੇ ਹਜੇ ਵੀ ਜਿਹੜੇ ਹੈਗੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਸੜਕਾਂ ਤੇ ਆਵਾਂ। ਤੇ ਲਗਾਤਾਰ ਜਿਹੜੇ ਐਸਐਸਪੀ ਨੇ ਮਾਨਸਾ ਦੇ, ਡੀਜੀਪੀ ਪੰਜਾਬ ਨੇ, ਉਹਨਾਂ ਦੇ ਸੰਪਰਕ ਸੀਗੇ ਤੇ ਉਹਨਾਂ ਦੀ ਜਿਹੜੀ ਸ਼ਿਕਾਇਤ ਸੀਗੀ ਕਿ ਕਈ ਇਸ ਤਰ੍ਹਾਂ ਦੇ ਬੰਦੇ ਨੇ ਜੋ ਕਿ ਹਜੇ ਵੀ ਫਰਾਰ ਹੈ। ਮਿਊਜ਼ਿਕ ਇੰਡਸਟਰੀ ਤੋਂ ਜੁੜੇ ਵੀ ਜਿਹੜੇ ਲੋਕਾਂ ਦੇ ਉਹਨਾਂ ਨੇ ਨਾਂ ਦਿੱਤੇ ਸੀ ਕਿ ਜਿਨ੍ਹਾਂ ਦੇ ਹਜੇ ਵੀ ਸੌਂਗ, ਜਿਹੜੇ ਸਿੱਧੂ ਮੂਸੇਵਾਲੇ ਨੇ ਜਿਹੜੇ ਸੌਂਗ ਗਾਏ ਸੀ ਉਹ ਹਜੇ ਪੈਂਡਿੰਗ ਸੀ ਤੇ ਉਹਨਾਂ ਦੀ ਸ਼ਿਕਾਇਤ ਸੀਗੀ। ਤਾਂ ਜਿਹੜੇ ਪੁਲਿਸ ਸੋਰਸਿਸ ਜਾਣਕਾਰੀ ਦੇ ਰਹੇ ਕਿ 2 ਲੋਕਾਂ ਨੂੰ ਇਹਦੇ ਵਿੱਚ ਨਾਮਜ਼ਦ ਕੀਤਾ ਹੈ, ਜਿਹੜੇ ਮਿਊਜ਼ਿਕ ਇੰਡਸਟਰੀ ਤੋਂ ਜੁੜੇ ਹੈ ਉਹਨਾਂ ਨੂੰ ਨਾਮਜ਼ਦ ਇਸ ਪੂਰੇ ਮਾਮਲੇ 'ਚ ਕੀਤਾ ਹੈ। ਤੇ ਹੋਰ ਵੀ ਜਿਹੜੀ ਸ਼ਿਕਾਇਤਾਂ ਸੀਗੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਈ ਸੀ ਉਹਨੂੰ ਲੈ ਕੇ ਵੀ ਜਿਹੜਾ ਹੈਗਾ ਪੁਲਿਸ ਨੇ ਗੱਲ ਕੀਤੀ ਹੈ ਕਿ ਜਲਦੀ ਉਹ ਵੀ ਜਿਹੜਾ ਹੈਗਾ ਸ਼ਟ ਆਊਟ ਕੀਤਾ ਜਾਏਗਾ। ਲੇਕਿਨ ਜਿਹੜੇ ਉਹਨਾਂ ਦੇ ਫਾਦਰ ਦੀ ਸ਼ਿਕਾਇਤਾਂ ਸੀਗੀ, ਜਿਹੜੇ ਉਹਨਾਂ ਦੇ ਫਾਦਰ ਦੀ ਸੀਗੀ ਕਿ ਜੇਕਰ ਨਹੀਂ ਹੁੰਦਾ ਤਾਂ ਅਸੀਂ ਸੜਕਾਂ ਤੇ ਆਵਾਂਗੇ, ਤੇ ਪੁਲਿਸ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹਦੀ ਕਿਉਂਕਿ ਜਿੱਦਾਂ ਕੱਲ ਤੁਸੀਂ ਦੇਖਿਆ ਕਿ ਕੈਂਡਲ ਮਾਰਚ ਹੋਇਆ ਤਾਂ ਹੋਰ ਅੱਗੇ ਇਸ ਤਰ੍ਹਾਂ ਦੀ ਸੜਕਾਂ ਤੇ ਨਾ ਜਾਂ ਫਿਰ ਹੋਰ ਕਿਸ ਤਰ੍ਹਾਂ ਦੀ, ਇਹ ਸਾਰਾ ਹੁਣ ਪੁਲਿਸ ਜਿਹੜੀ ਹੈ ਉਹ ਕੰਮ 'ਚ ਲੱਗੀ ਹੈ। ਤੇ ਅੱਜ ਜਿਹੜੇ ਪੁਲਿਸ ਸੋਰਸਿਸ ਜਾਣਕਾਰੀ ਦੇ ਰਹੇ ਕਿ ਚਾਰਜਸ਼ੀਟ ਵੀ ਦਾਖਲ ਹੋ ਸਕਦੀ ਹੈ ਸਿੱਧੂ ਮਰਡਰ ਮਾਮਲੇ 'ਚ। ਜੇਕਰ ਚਾਰਜਸ਼ੀਟ ਦਾਖਲ ਹੁੰਦੀ ਹੈ ਕੋਰਟ 'ਚ ਤਾਂ ਬਹੁਤ ਸਾਰੀ ਚੀਜ਼ਾਂ ਜਿਹੜੀ ਹੈਗੀ ਕਲੀਅਰ ਹੋਣਗੀਆਂ ਕਿ ਕਿੰਨੇ ਇਹਦੇ ਵਿੱਚ ਐਕਿਊਜ਼ ਬਣਾਏ ਗਏ ਨੇ, ਕਿੰਨੇ ਇਹਦੇ ਵਿੱਚ ਵਿਟਨੈਸ ਜਿਹੜੇ ਆ ਉਹ ਬਣਾਏ ਗਏ ਨੇ। ਜੀ ਬਿਲकुल मनोज, बहुत अहम है। और एक सवाल होर जरूर लेना चाहांगे कि ये लोग ਅਸੀਂ ਕਹੀਏ ਕਿ ਜਾਣੇ ਮਾਨੇ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਬਿਲਕੁਲ ਗੁਰਜੋਤ, ਇਹ ਜਿਹੜੇ ਮਿਊਜ਼ਿਕ ਇੰਡਸਟਰੀ ਦੇ ਨੇ ਇਹ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਸੌਂਗ ਹੁੰਦੇ ਉਹਨਾਂ ਦੇ ਨਾਲ ਇਹ ਸਾਰੇ ਸੰਪਰਕ ਸੀਗੇ। ਕਾਫੀ ਲੰਬੇ ਸਮੇਂ ਤੋਂ ਇਹ ਸਿੱਧੂ ਦੇ ਜਿਹੜੇ ਨਾਲ ਹੈ ਉਹ ਸੌਂਗ ਕਰਦੇ ਸੀਗੇ। ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਨਾਮਜ਼ਦ ਕੀਤਾ, ਜਿਹੜੀ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ। ਤੇ ਹੁਣ ਥੋੜੀ ਦੇਰ ਤੱਕ ਜਿਹੜੇ ਜੇਕਰ ਚਾਰਜਸ਼ੀਟ ਦਾਖਲ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਲੋਕ ਜਿਹੜੇ ਹੈਗੇ ਕੌਣ ਨੇ। ਇਹ ਨਾਮੀ ਦੱਸੇ ਜਾ ਰਹੇ ਨੇ, ਨਾਮੀ ਜਿਹੜੇ ਦੱਸੇ ਜਾ ਰਹੇ ਤੇ ਬਾਈ ਨੇਮ ਸਿੱਧੂ ਦੇ ਫਾਦਰ ਨੇ ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਪੁਲਿਸ ਨੂੰ ਦੱਸਿਆ ਸੀ। ਇਹ ਬਹੁਤ ਅਹਿਮ ਹੈ। ਬਹੁਤ ਬਹੁਤ ਸ਼ੁਕਰੀਆ मनोज, तमाम जानकारी के लिए धन्यवाद है। तो मूसेवाला कतल मामले दे विच वड्डी खबर है, दस दी कि 2 लोगों को नामजद किया गया, खास तां करके क्योंकि म्यूजिक इंडस्ट्री दे नाल ये लोग जिहड़े ने वो जुड़े हुए ने, म्यूजिक इंडस्ट्री तो ने बाकायदा नां दसे गए ने पिता बलकौर सिंह दे वल्लों, जिस तो बाद नामजद किया गया 2 होर जणियां नूं नामजद किया गया। इन्हां दे कोल 50 तो वध गीत ने। ਇਹ ਵੀ ਇੱਥੇ ਜ਼ਿਕਰ ਹੋ ਗਿਆ ਕਿ ਬੀਤੇ ਦਿਨ ਜੋ ਕੈਂਡਲ ਮਾਰਚ ਕੱਢਿਆ ਗਿਆ ਤਾਂ ਉਸ ਦੇ ਵਿੱਚ ਜ਼ਿਕਰ ਕਰਦੇ ਹੋਏ ਮਾਪੇ ਸਿੱਧੂ ਦੇ ਨਜ਼ਰ ਆਏ ਨੇ ਕਿ ਕੋਈ ਵੀ ਜਿਹੜਾ ਨਾਂ ਹੈ ਉਹ ਵਰਤੇ ਨਾ ਸਿੱਧੂ ਮੂਸੇਵਾਲਾ ਦਾ ਆਪਣਾ ਜਿਹੜਾ ਨਾਂ ਚਮਕਾਉਣ ਦੇ ਲਈ। ਇਸ ਤਰ੍ਹਾਂ ਦੇ ਨਾਲ ਇਸ ਨੂੰ ਨਜਾਇਜ਼ ਵਰਤੋਂ ਜਿਹੜੀ ਸਿੱਧੂ ਦੀ ਨਾ ਕੀਤੀ ਜਾਵੇ। ਯਾਨੀ ਕਿ ਹਮੇਸ਼ਾ ਸਮੇਂ-ਸਮੇਂ ਤੋਂ ਕਹਿੰਦੇ ਆਏ ਨੇ ਕਿ ਬਹੁਤ ਸਾਰੇ ਗੀਤ ਨੇ ਜਿਨ੍ਹਾਂ ਦੇ ਕੋਲ ਵੀ ਹੈ ਉਹ ਦਿੱਤੇ ਜਾਣ ਜਾਂ ਫਿਰ ਹੋਰ ਮਸਲਿਆਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਲਗਾਤਾਰ ਚਰਚਾ ਜਿਹੜੀ ਹੈ ਉਹ ਹੁੰਦੀ ਰਹੀ ਹੈ। ਤਾਂ ਮੂਸੇਵਾਲਾ ਕਤਲकांड ਦੇ ਵਿੱਚ ਇੱਕ ਹੋਰ ਵੱਡੀ ਖਬਰ ਹੈ। ਅੱਜ ਕੋਰਟ ਦੇ ਵਿੱਚ ਚਲਾਨ ਪੇਸ਼ ਕਰੇਗੀ ਪੁਲਿਸ। ਕਤਲकांड ਦੇ ਵਿੱਚ ਦੱਸੇ ਕਿ ਹੁਣ ਤੱਕ 25 ਲੋਕ ਨਾਮਜ਼ਦ ਹੋ ਚੁੱਕੇ ਨੇ। ਚਾਰਜਸ਼ੀਟ ਦੇ ਵਿੱਚ 40 ਤੋਂ ਜ਼ਿਆਦਾ ਗਵਾਹ ਨੇ। 2 ਸ਼ੂਟਰਾਂ ਦਾ ਐਨਕਾਊਂਟਰ ਕਰ ਚੁੱਕੀ ਹੈ ਪੁਲਿਸ। ਜਗਰੂਪ ਰੂਪਾ, ਮਨੂਕੂਸਾ ਦਾ ਐਨਕਾਊਂਟਰ ਹੋ ਚੁੱਕਿਆ। 3 ਸ਼ਾਰਪ ਸ਼ੂਟਰਾਂ ਦੀ गिरफ्तारी हो चुकी है। शूटरां नूं मदद पहुंचाने वाले भी सलाखा दे पिछे ने। कतल दा मास्टरमाइंड लॉरेंस बिश्नोई भी पुलिस दी पंजाब पुलिस दी कस्टडी दे विच लगातार पुछगिछ हो रही है। दूजा मास्टरमाइंड गोल्डी बराड़ है जो अजे फरार है, जिसनूं भी लैके मंग की गई है सिद्धू मूसेवाला दे मापिआं दे वल्लों कि उसनूं भी पंजाब लिआंदा जावे। क्यों बाहरले मुल्क दे विच बैठ के इस तरह की प्लानिंग की गई है। तां हुण चार्जशीट ਜਿਹੜੀ ਆ दाखिल की जाएगी। जो जानकारी है तो ਵੱਡੀ खबर इसनूं ਮੰਨਿਆ ਜਾ ਸਕਦਾ। ਹਾਲਾਂਕਿ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਦਰਸ਼ਕਾਂ ਤੱਕ ਇਹ ਖਬਰ ਜਨਤਕ ਕਰ ਦਿੱਤੀ ਗਈ ਸੀ ਕਿ ਅਗਲੇ ਹਫਤੇ ਯਾਨੀ ਕਿ ਇਸੇ ਹਫਤੇ ਦੇ ਦੌਰਾਨ ਜਿਹੜੀ ਹੈ ਚਾਰਜਸ਼ੀਟ ਪੇਸ਼ ਕੀਤੀ ਜਾਏਗੀ। ਤਾਂ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਚਾਰਜਸ਼ੀਟ ਪੇਸ਼ ਕੀਤੀ ਜਾਏਗੀ ਔਰ 25 ਲੋਕ ਇਸ ਦੇ ਵਿੱਚ ਨਾਮਜ਼ਦ ਨੇ। ਚਲਾਨ ਪੇਸ਼ ਕੀਤਾ ਜਾਏਗਾ। ਦੱਸ ਦਈਏ ਕਿ 40 ਤੋਂ ਜ਼ਿਆਦਾ ਇਸ ਦੇ ਵਿੱਚ ਗਵਾਹ ਨੇ। ਇਸ ਤੋਂ ਇਲਾਵਾ ਕਹਿ ਸਕਦੇ ਹਾਂ ਕਿ ਹੁਣ ਤੱਕ ਜਿੰਨੀ ਇਨਵੈਸਟੀਗੇਸ਼ਨ ਬਣਦੀ ਸੀ ਉਹ ਕੀਤੀ ਜਾ ਚੁੱਕੀ ਹੈ, ਪੂਰੀ ਹੋ ਚੁੱਕੀ ਸੀ, ਜਿਸ ਤੋਂ ਬਾਅਦ ਇਹ ਚਲਾਨ ਪੇਸ਼ ਕੀਤਾ ਜਾਣਾ। तो ਵੱਡਾ ਮਸਲਾ ਇੱਥੇ ਬਣਦਾ ਹੋਇਆ ਨਜ਼ਰ ਆ ਰਿਹਾ। ਤਾਂ ਮੂਸੇਵਾਲਾ ਦੇ ਗੀਤ ਦਾ ਮਸਲਾ ਹੈ। ਸਿੱਧੂ ਮੂਸੇਵਾਲਾ ਦਾ ਪਰਿਵਾਰ ਨਾਰਾਜ਼ ਨਜ਼ਰ ਆ ਰਿਹਾ। ਬਾਲੀਵੁੱਡ ਸੰਗੀਤਕਾਰ ਸਲੀਮ ਨੂੰ ਭੇਜੇਗਾ ਲੀਗਲ ਨੋਟਿਸ। ਵੱਡੀ ਖਬਰ ਹੈ ਵੀ ਇਸੇ ਹੀ ਮਾਮਲੇ ਦੇ ਵਿੱਚ ਮੂਸੇਵਾਲਾ ਦਾ ਗਾਣਾ ਰਿਲੀਜ਼ ਕਰਨ ਜਾ ਰਹੇ ਨੇ ਸਲੀਮ ਨੇ ਵੀਡੀਓ ਪਾ ਕੇ ਐਲਾਨ ਕੀਤਾ ਹੈ 2 ਸਤੰਬਰ ਨੂੰ ਮੂਸੇਵਾਲਾ ਦਾ ਗਾਣਾ ਰਿਲੀਜ਼ ਕਰਨ ਦੀ ਗੱਲ ਕਹੀ ਗਈ ਹੈ। ਬਗੈਰ ਰਜ਼ਾਮੰਦੀ ਤੋਂ ਗਾਣਾ ਰਿਲੀਜ਼ ਕੀਤਾ ਤਾਂ ਕਾਰਵਾਈ ਕਰਾਂਗੇ ਪਰਿਵਾਰ ਕਹਿ ਰਿਹਾ ਹੈ। ਕਹਿ ਸਕਦੇ ਹਾਂ ਕਿ ਸਿੱਧੂ ਦੇ ਗਾਣਿਆਂ ਨੂੰ ਲੈ ਕੇ, ਸਿੱਧੂ ਨੂੰ ਲੈ ਕੇ ਪੂਰੀ ਤਰ੍ਹਾਂ ਦੇ ਨਾਲ ਸਖਤ ਨਜ਼ਰ ਆ ਰਿਹਾ ਪਰਿਵਾਰ। ਤਾਂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਹੀ ਜਿਹੜਾ ਗਾਣਾ ਰਿਲੀਜ਼ ਕਰਨਾ
ਚਾਹੁੰਦੇ ਸਨ ਸਲੀਮ, ਪਰ ਸਲੀਮ ਗਾਣਾ ਰਿਲੀਜ਼ ਕਰਨ ਤੇ ਅੜੇ ਹੋਏ ਨੇ। ਕੱਲ ਸਲੀਮ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ, ਇਹ ਜਾਣਕਾਰੀ ਪਰਿਵਾਰ ਨੇ ਦੇ ਦਿੱਤੀ ਹੈ। ਤਾਂ ਹੁਣ ਪੂਰੀ ਤਰ੍ਹਾਂ ਦੇ ਨਾਲ ਸਖਤ ਪਰਿਵਾਰ ਨਜ਼ਰ ਆ ਰਿਹਾ ਹੈ। ਪਿਤਾ ਬਲਕੌਰ ਸਿੰਘ ਨਜ਼ਰ ਆ ਰਹੇ ਨੇ, ਮਾਤਾ ਨਜ਼ਰ ਆ ਰਹੇ ਨੇ ਪੂਰੀ ਸਖਤੀ ਦੇ ਨਾਲ। ਕੱਲ ਵੀ ਉਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਕੋਈ ਵੀ ਸਿੱਧੂ ਮੂਸੇਵਾਲਾ ਦਾ ਨਾਂ ਨਾ ਵਰਤੇ। ਤਾਂ ਹੁਣ ਗੀਤ ਨੂੰ ਲੈ ਕੇ ਮਸਲਾ ਬਣ ਚੁੱਕਿਆ। ਤਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਨਾਰਾਜ਼ ਹੈ ਕਿਉਂਕਿ ਬਾਲੀਵੁੱਡ ਸੰਗੀਤਕਾਰ ਸਲੀਮ ਨੂੰ ਲੀਗਲ ਨੋਟਿਸ ਭੇਜਿਆ ਜਾਵੇਗਾ। ਇਹ ਜਾਣਕਾਰੀ ਤਾਂ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਦੇ ਲਈ ਸੜਕਾਂ ਤੇ ਲੋਕਾਂ ਦਾ ਹਜੂਮ ਉਮੜਿਆ। ਮਾਨਸਾ ਤੋਂ ਲੈ ਕੇ ਪਿੰਡ ਜਵਾਹਰ ਕੇ ਤੱਕ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਕੀਤੀ ਹੈ। ਪਹਿਲਾਂ ਮੂਸੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਅੱਗੇ ਮੋਮਬੱਤੀਆਂ ਜਗਾਈਆਂ ਗਈਆਂ। 5 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੀਤੇ ਦਿਨ ਦੀਆਂ। ਤਾਂ ਫਿਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਮਾਨਸਾ ਦੀ ਅਨਾਜ ਮੰਡੀ ਪਹੁੰਚੇ, ਜਿੱਥੋਂ ਕੈਂਡਲ ਮਾਰਚ ਸ਼ੁਰੂ ਹੋਇਆ ਤੇ ਮਾਰਚ ਪਿੰਡ ਜਵਾਹਰ ਕੇ ਉਸ ਥਾਂ ਤੇ ਖਤਮ ਹੋਇਆ ਜਿੱਥੇ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਲਈ ਦੱਸੀ ਕਿ ਕੱਢੇ ਕੈਂਡਲ ਮਾਰਚ ਦੇ ਵਿੱਚ ਹਰ ਉਮਰ ਹਰ ਤਬਕੇ ਦੇ ਲੋਕ ਸ਼ਾਮਲ ਹੋਏ। ਸਿੱਧੂ ਲਈ ਵੱਡੀ ਗਿਣਤੀ 'ਚ ਲੋਕਾਂ ਦਾ ਜਮਾਵੜਾ ਨਜ਼ਰ ਆਇਆ। ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ। ਉੱਥੇ ਹੀ ਉਹਨਾਂ ਕਲਾਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਫੇਮ ਦੇ ਲਈ ਮੂਸੇਵਾਲਾ ਦਾ ਨਾਂ ਨਾ ਵਰਤਣ। ਦਰਅਸਲ ਕਈ ਕਲਾਕਾਰ ਸਟੇਜ ਸ਼ੋਅ ਦੇ ਦੌਰਾਨ ਦੱਸਦੇ ਕਿ ਮੂਸੇਵਾਲਾ ਦੇ ਵਾਂਗ ਥਾਪੀ ਮਾਰਦੇ ਨੇ, ਮੂਸੇਵਾਲਾ ਦੇ ਗਾਣੇ ਗਾਉਂਦੇ ਨੇ। ਇਹ ਅਪੀਲ ਉਹਨਾਂ ਕਲਾਕਾਰਾਂ ਦੇ ਲਈ ਸੀ। ਮੂਸੇਵਾਲਾ ਦੀ ਮਾਤਾ ਦਾ ਚਰਨ ਕੌਰ ਉਹਨਾਂ ਨੇ ਕਿਹਾ ਕਿ ਸ਼ੋਅ ਜਿੰਨੇ ਮਰਜ਼ੀ ਕਰੋ ਪਰ ਉਹਨਾਂ ਦੇ ਪੁੱਤ ਦਾ ਨਾਂ ਨਾ ਵਰਤੋ। ਸੋ 5 ਤਸਵੀਰ ਤਾਂ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ। 3 ਮੰਗਾਂ ਕੀ ਮੰਗੀਆਂ ਗਈਆਂ ਨੇ ਕੈਂਡਲ ਮਾਰਚ ਤੋਂ ਬਾਅਦ। ਦੱਸੇ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸਰਕਾਰ ਦੇ ਅੱਗੇ 3 ਮੰਗਾਂ ਰੱਖੀਆਂ ਨੇ। ਪਹਿਲੀ ਮੰਗ ਹੈ ਸੁਰੱਖਿਆ ਦੀ ਕੋਤਾਹੀ ਦੀ ਜਾਂਚ ਦੇ ਲਈ ਕਮਿਸ਼ਨ ਬਣੇ। ਦੂਜੀ ਮੰਗ ਹੈ ਇੰਡਸਟਰੀ ਦੇ ਗੈਂਗਸਟਰ ਲਿੰਕ ਦੀ ਜਾਂਚ ਹੋਵੇ। ਔਰ ਤੀਜੀ ਮੰਗ ਹੈ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇ। ਪਿੰਡ ਮੂਸਾ ਤੋਂ ਪਿੰਡ ਜਵਾਹਰ ਕੇ ਤੱਕ ਮੂਸੇਵਾਲਾ ਦੇ ਲਈ ਦੱਸਦੇ ਕਿ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਦੀ ਅਗਵਾਈ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕੀਤੀ ਹੈ। ਮੂਸੇਵਾਲਾ ਦੇ ਬੁੱਤ ਦੇ ਕੋਲ ਸੰਬੋਧਨ ਕਰਦੇ ਹੋਏ ਪਿਤਾ ਬਲਕੌਰ ਸਿੰਘ ਨੇ ਸਰਕਾਰ ਤੋਂ 3 ਮੰਗਾਂ ਇਹ ਰੱਖੀਆਂ ਨੇ ਤੇ ਕਿਹਾ ਕਿ ਉਹਨਾਂ ਦੇ ਬੇਟੇ ਦੀ ਸਿਕਿਉਰਿਟੀ ਦੇ ਵਿੱਚ ਹੋਏ ਲੈਪਸ ਦੀ ਜਾਂਚ ਲਈ ਪਾਵਰਫੁਲ ਕਮਿਸ਼ਨ ਬਿਠਾਇਆ ਜਾਵੇ। ਇਸ ਦੀ ਜਾਂਚ ਹੋਵੇ ਕਿ ਉਹਨਾਂ ਦੇ ਬੇਟੇ ਨੂੰ ਪਹਿਲਾਂ ਸਿਕਿਉਰਿਟੀ ਕਿਉਂ ਦਿੱਤੀ ਗਈ ਔਰ ਫਿਰ ਸਿਕਿਉਰਿਟੀ ਕਿਸਨੇ ਤੇ ਕਿਉਂ ਵਾਪਸ ਲਈ। ਦੂਜੀ ਮੰਗ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਅੰਡਰਵਰਲਡ ਤੇ ਗੈਂਗਸਟਰਸ ਦੇ ਨਾਲ ਲਿੰਕ ਦੀ ਜਾਂਚ ਕੀਤੀ ਜਾਵੇ। ਉਹਨਾਂ ਨੇ ਇੱਕ ਪੰਜਾਬੀ ਸਿੰਗਰ ਤੇ ਨਿਸ਼ਾਨਾ ਸਾਧਿਆ ਹੈ। ਇੱਕ ਪਾਸੇ ਉਹ ਗੈਂਗਸਟਰ ਨੂੰ ਆਪਣਾ ਭਰਾ ਕਹਿੰਦਾ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਤੋਂ ਸਿਕਿਉਰਿਟੀ ਮੰਗਦਾ ਹੈ। ਪੰਜਾਬੀ 뮤직 ਇੰਡਸਟਰੀ ਦੇ ਨਾਲ ਗੈਂਗਸਟਰਾਂ ਦਾ ਕਿੰਨਾ ਫੰਡ ਲੱਗਿਆ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਤੀਜੀ ਮੰਗ ਉਹਨਾਂ ਗੋਲਡੀ ਬਰਾੜ ਬਾਰੇ ਕੀਤੀ ਹੈ। ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇ, ਜਿਸ ਨੇ ਪੰਜਾਬ ਦੇ ਕਈ ਬੇਗੁਨਾਹ ਨੌਜਵਾਨਾਂ ਦਾ ਕਤਲ ਕਰਾਇਆ। ਜੇ ਵੀ ਆਪਾਂ ਨੂੰ ਦਿੱਕਤ ਆਈ ਹੁਣ ਮੈਂ ਕੌਲ ਘੱਟ ਦਿਆ ਕਰੂੰਗਾ। ਮੀਆਂ ਬੀਬੀ ਬੈਠਾ ਕਰਾਂਗੇ ਜਿੱਥੇ ਜਦੋਂ ਸਾਡੇ ਹਿਸਾਬ ਨਾਲ ਬਾਹਰ ਹੋ ਗਈ ਨਾ, ਜਿੱਥੇ ਅਸੀਂ ਬਹਿ ਕੇ ਮੰਗ ਲਾ ਲਿਆ। ਹੁਣ ਤੱਕ ਤੁਸੀਂ ਜਿੰਨਾ ਸਹਿਯੋਗ ਦਿੱਤਾ ਹੈ ਬਾਪੂ ਤੇਰੀ ਸੋਚ ਤੇ ਚਿੱਟੇ ਕੱਪੜੇ ਵਾਲੇ ਜਿਹੜੇ ਗੈਂਗਸਟਰਾਂ ਦੀਆਂ ਫਰੋਕੀਆਂ ਵਸੂਲਦੇ ਆ, 15% ਕਮਿਸ਼ਨ ਲੈਂਦੇ ਆ। ਇਹਨਾਂ ਦੇ ਐਫਸੀਯੂ ਹੈ ਜਿਹੜੀ ਸਾਡੀ ਫਾਈਨਾਂਸ ਕੰਟਰੋਲ ਯੂਨਿਟ ਹੈ, ਉਹਨਾਂ ਨੂੰ ਵੀ ਮਾੜਾ ਜਿਹਾ ਇਹਨਾਂ ਦਾ ਲੇਖਾ ਜੋਖਾ ਦੇਖਣਾ ਚਾਹੀਦਾ ਹੈ ਵੀ ਪਿਛਲੇ 2 ਸਾਲਾਂ ਚ 100 ਕਿੱਲਾ ਲਿਆ ਕਿ 50 ਕਿੱਲਾ ਲਿਆ। ਇਹਨਾਂ ਨੂੰ ਕੋਈ ਚੈੱਕ ਕਰਨਾ ਵੀ ਜਦੋਂ ਸਿਕਿਉਰਿਟੀ ਦਿੰਦੇ ਹੋ ਤਾਂ ਇੱਕ ਗੱਲ ਨੂੰ ਜ਼ਰੂਰ ਯਕੀਨ ਕਰ ਲੈਣਾ ਚਾਹੀਦਾ ਹੈ ਵੀ ਸਿਕਿਉਰਿਟੀ ਮੰਗਣ ਵਾਲਾ ਬੰਦਾ ਗੈਂਗਸਟਰਾਂ ਦੀ ਮਦਦ ਤਾਂ ਨਹੀਂ ਕਰਦਾ ਜਾਂ ਮਦਦ ਲੈਂਦਾ ਤਾਂ ਨਹੀਂ। ਇੱਕ ਪਾਸੇ ਤਾਂ ਮੈਂ ਕਹਾਂ ਲਾਰੈਂਸ ਮੇਰਾ ਭਰਾ ਹੈ, ਦੂਜੇ ਪਾਸੇ ਕਹਾਂ ਮੈਨੂੰ ਬਹੁਤ ਖਤਰਾ, ਮੈਨੂੰ 20 ਗਨਮੈਨ ਦੇ ਦਿਓ। 2 ਗੱਲਾਂ ਕੀ ਕਿਹਾ ਜਾਂਦਾ ਜਿਹਨੂੰ ਭਰਾ ਹੋਣਾ ਉਹ ਸਰਕਾਰ ਮਿਲੇਗਾ। ਜੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਸਿਸਟਮ ਦੇ ਵਿੱਚ ਯਕੀਨ ਰੱਖਦਾ ਹੈ ਤਾਂ ਫਿਰ ਕਾਨੂੰਨ ਦੀ ਗੱਲ ਕਰ ਬਿਹਤਰ ਹੈ। ਆਹ ਗੱਲਾਂ ਚੱਲ ਰਹੀਆਂ ਨੇ, ਬੀਬੀ ਦੀ ਧਾਰ ਲੈ ਕੇ ਚੱਲਦੇ ਨੇ। ਇਹਦਾ ਸਾਡਾ ਬਿਨਾਂ ਕਸੂਰ ਤੋਂ ਔਰ ਇੰਨੀ ਬੇਰਹਿਮੀ ਨਾਲ ਮਾਰਦਾ ਤਾਂ ਸਾਡਾ ਜਿੰਦਾ ਧੁਰ ਵੀ ਹੈ ਨਹੀਂ। ਉਹ ਜਿੱਦਾਂ ਧਮਕੀ ਦੇ ਦਿੰਦੇ ਅਸੀਂ ਮਾਰ ਦਾਂਗੇ ਜਦੋਂ ਅਸੀਂ ਜਿਉਂਦੇ ਕਿੱਥੇ ਆ। ਤੁਹਾਨੂੰ ਸਾਡਾ ਕੋਈ ਪਾਸਾ ਜਿਉਂਦਾ ਲੱਗਦਾ ਹੈ, ਜਿਉਂਦਾ ਉਹ ਹੁੰਦਾ ਜਿਹੋ ਜਿਹੇ ਕੋਈ ਅਵਿਧਾ ਹੁੰਦੀਆਂ ਨੇ। ਅਸੀਂ ਤਾਂ ਪੁੱਤ ਦੇ ਰਸਤੇ ਤੇ ਜਾਣਾ ਹੈ,
ਤੁਸੀਂ ਅੱਜ ਮਾਰ ਦਿਓ, ਤੁਸੀਂ ਕੱਲ ਮਾਰ ਦਿਓ, ਇਹ ਤੁਹਾਡੀ ਤਾਕਤ ਹੈ। ਪਰ ਅਸੀਂ ਡਰਨ ਵਾਲਿਆਂ ਤੋਂ ਨਹੀਂ, ਜਿੰਨਾ ਚਿਰ ਹੈਗੇ ਆ ਐਵੇਂ ਜਿਵੇਂ ਡੱਕੇ ਦੀ ਚੋਟ ਦੇ ਉੱਤੇ ਜਦ ਤੱਕ ਬਦਲਾ ਨਹੀਂ ਲੈਂਦੇ, ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਅਸੀਂ ਮਤਲਬ ਪ੍ਰਸ਼ਾਸਨ ਦੀ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸੀ, ਪਰ ਸਾਡੀ ਮਜਬੂਰੀ ਬਣ ਗਈ ਥੋੜੀ ਜੀ, ਤਾਂ ਸਾਨੂੰ ਇਹ ਕੰਮ ਕਰਨਾ ਪਿਆ। ਅਸੀਂ ਅੱਜ ਜਿੱਥੇ ਸ਼ੁਭ ਨੇ ਜਨਮ ਲਿਆ ਸੀ, ਛੋਟੇ ਜਿਹੇ ਘਰ 'ਚ, ਸ਼ੁਰੂ ਤੋਂ ਕਹਿੰਦਾ ਹੁੰਦਾ ਸੀ ਮੇਰਾ ਤਾਂ ਬਾਈ 4 ਕਮਰਿਆਂ ਦਾ ਘਰ ਹੈ। ਉਹਨੇ ਕੋਈ ਫੁਕਰੀ ਨਹੀਂ ਮਾਰੀ ਸੀ, ਬਥੇਰਾ ਫੁਕਰੀ ਕਹਿੰਦੇ ਸੀ, ਫੁਕਰਾ ਫੁਕਰਾ। 4 ਕਮਰੇ ਵਾਲੇ ਘਰ 'ਚੋਂ ਉੱਠ ਕੇ ਹਵੇਲੀ ਤੱਕ ਦਾ ਸਫ਼ਰ ਕੀਤਾ। ਹਵੇਲੀ ਤੋਂ ਲੈ ਕੇ ਜਿੱਥੇ ਵਿਚਾਰੇ ਨੇ ਆਪਦਾ ਇੱਕ ਹੋਰ ਘਰ ਬਣਾਇਆ, ਉੱਥੇ ਤੱਕ ਅਸੀਂ ਕੈਂਡਲ ਮਾਰਚ ਕੀਤਾ। ਬੜਾ ਸ਼ਾਂਤੀਪੂਰਵਕ ਭੈਣ ਭਾਈਆਂ ਨੇ ਵੀ ਸਾਥ ਦਿੱਤਾ, ਪ੍ਰਸ਼ਾਸਨ ਨੇ ਵੀ ਸਾਥ ਦਿੱਤਾ। ਅਸੀਂ ਪ੍ਰਸ਼ਾਸਨ ਤੇ ਇੰਨਾ ਵੀ ਮਤਲਬ ਉਹ ਨਹੀਂ ਕਰ ਸਕਦੇ ਵੀ ਸਾਡੇ ਵਾਸਤੇ ਜੋ ਕੁਛ ਇਹ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਅਸੀਂ ਪ੍ਰਸ਼ਾਸਨ ਤੋਂ ਪੂਰੇ ਸੰਤੁਸ਼ਟ ਹਾਂ। ਸੰਤੁਸ਼ਟ ਨਹੀਂ ਹੈਗੇ ਤਾਂ ਅਸੀਂ ਅੱਜ ਸਮੇਂ ਦੀਆਂ ਸਰਕਾਰਾਂ ਤੋਂ ਸੰਤੁਸ਼ਟ ਨਹੀਂ ਹੈਗੇ ਵੀਰੋ। ਜੇ ਅਸੀਂ ਅੱਜ ਝਾਕ ਨਾ ਮਾਰੀ ਤਾਂ ਸਾਡਾ ਤਾਂ ਦੇਖੋ ਉੱਜੜ ਗਿਆ, ਸਾਡਾ ਤਾਂ ਨਾ ਵਾਪਸ ਆਵੇ। ਅਸੀਂ ਇਹ ਸੰਘਰਸ਼ ਵਿੱਢ ਰਹੇ ਹਾਂ ਵੀ ਕਿਸੇ ਹੋਰ ਭੈਣ ਭਾਈ ਦਾ ਨੁਕਸਾਨ ਨਾ ਹੋਵੇ। ਇਹ ਜਿਹੜੀ ਮਜ਼ਬੂਤੀ ਹੈਗੀ ਇਹ ਸਾਡੇ ਹੱਥ 'ਚ ਹੈ। ਤਾਂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਕੈਂਡਲ ਮਾਰਚ ਕੀਤੇ ਗਏ। ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ, ਦੋਸ਼ੀਆਂ ਦੇ ਲਈ ਸਖਤ ਸਜ਼ਾਵਾਂ ਦੀ ਮੰਗ ਰੱਖੀ ਗਈ। 5 ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਮਾਨਸਾ, ਸੰਗਰੂਰ, ਜਲੰਧਰ, ਖੰਨਾ ਤੇ ਰਾਜਪੁਰਾ, ਜਿੱਥੇ ਕਿ ਕੈਂਡਲ ਮਾਰਚ ਕੱਢਿਆ ਗਿਆ। ਔਰ ਕਿਉਂਕਿ ਮਾਤਾ ਪਿਤਾ ਦੇ ਵੱਲੋਂ ਇਹ ਅਪੀਲ ਲੋਕਾਂ ਨੂੰ ਕੀਤੀ ਗਈ ਸੀ ਕਿ ਜਿੱਥੇ ਜਿੱਥੇ ਤੁਸੀਂ ਹੋ ਉੱਥੇ ਉੱਥੇ ਕੈਂਡਲ ਮਾਰਚ ਕੱਢਿਆ ਜਾ ਸਕਦਾ। ਤਾਂ ਉਧਰ ਗੁਜਰਾਤ ਦੇ ਵਿੱਚ ਫੜੀ 2988 ਕਿਲੋ ਹੈਰੋਇਨ ਦੇ ਮਾਮਲੇ 'ਚ ਵੱਡਾ ਐਕਸ਼ਨ ਹੋਇਆ। ਐਨਆਈਏ ਨੇ ਦਿੱਲੀ ਦੇ ਰਹਿਣ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਰਪ੍ਰੀਤ ਸਿੰਘ ਤਲਵਾਰ ਅਤੇ ਪ੍ਰਿੰਸ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ। 2 ਦਿਨਾਂ ਤੱਕ ਦਾ ਸੀ ਕਿ ਐਨਆਈਏ ਦੇ ਵਿੱਚ ਨੇ 20 ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਪਿਛਲੇ ਸਾਲ 13 ਸਤੰਬਰ ਨੂੰ ਗੁਜਰਾਤ ਦੇ ਮੁੰਦਰਾ ਪੋਸਟ ਤੋਂ ਬਰਾਮਦ ਕੀਤੀ ਗਈ ਸੀ ਹੈਰੋਇਨ, ਔਰ ਜਿਸ ਤੋਂ ਬਾਅਦ ਹੁਣੇ ਵੱਡਾ ਐਕਸ਼ਨ ਹੋਇਆ। ਯਾਨੀ ਕਿ ਲਗਾਤਾਰ ਐਨਆਈਏ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਬਹੁਤ ਵੱਡੀ ਬਰਾਮਦਗੀ ਗੁਜਰਾਤ ਦੇ ਵਿੱਚ ਹੋਈ ਸੀ। ਤਾਂ ਇੰਨੀ ਵੱਡੀ ਖੇਪ ਜਿਹੜੀ ਹੈ ਕਿਸ ਦੇ ਇਸ਼ਾਰੇ ਤੇ ਆਈ ਹੈ, ਕੌਣ ਇਸ ਨੂੰ ਸਪਲਾਈ ਕਰਦਾ ਹੈ, ਕਿਸ ਆਸਾਨੀ ਦੇ ਨਾਲ ਇਹ ਅੱਗੇ ਤੱਕ ਪਹੁੰਚਦੀ ਹੈ, ਸਾਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਤਾਂ ਹੁਣੇ ਵੱਡਾ ਐਕਸ਼ਨ ਹੋਇਆ ਔਰ 2 ਇਹ ਗ੍ਰਿਫਤਾਰੀਆਂ ਹੋਈਆਂ ਨੇ। ਹਰਪ੍ਰੀਤ ਸਿੰਘ ਤਲਵਾਰ ਔਰ ਪ੍ਰਿੰਸ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਉਧਰ ਮੁਫਤ ਦੀਆਂ ਯੋਜਨਾਵਾਂ ਤੇ ਅੱਜ ਫੈਸਲਾ ਆ ਸਕਦਾ ਹੈ। ਸੁਪਰੀਮ ਕੋਰਟ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ। ਸੁਪਰੀਮ ਕੋਰਟ ਨੇ ਦੱਸਿਆ ਕਿ ਮੁਫਤ ਦੇ ਐਲਾਨਾਂ ਨੂੰ ਗੰਭੀਰ ਮੁੱਦਾ ਦੱਸਿਆ ਹੈ ਔਰ ਪਿਛਲੀ ਸੁਣਵਾਈ ਦੇ ਵਿੱਚ ਹਲਫਨਾਮੇ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਝਾੜ ਪਾਈ ਗਈ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਸਿੱਧੇ ਤੌਰ ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਵੇ ਤਾਂ ਹੋਰ ਪਾਰਟੀਆਂ ਦੀ ਸਲਾਹ ਵੀ ਲਈ ਜਾਵੇ। ਇਸ ਤੋਂ ਪਹਿਲਾਂ ਵੀ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਸਨ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਵੱਖਰਾ ਮੰਨਿਆ ਜਾਵੇਗਾ, ਯਾਨੀ ਕਿ ਕਿਹੜੀਆਂ ਯੋਜਨਾਵਾਂ ਜਿਹੜੀਆਂ ਨੇ ਉਹ ਲੋਕਾਂ ਦੀ ਭਲਾਈ ਦੇ ਲਈ ਨੇ ਤਾਂ ਕਿਹੜੀਆਂ ਯੋਜਨਾਵਾਂ ਦੇ ਨਾਲ ਵਾਧੂ ਬੋਝ ਹੈ ਜਾਂ ਫਿਰ ਮਾਲੀਆ ਹਾਲਤ ਜਿਹੜੀ ਹੈ ਵਿਗੜ ਸਕਦੀ ਹੈ। ਤਾਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਸਨ। ਅੱਜ ਫੈਸਲਾ ਆ ਸਕਦਾ ਹੈ। ਸੁਪਰੀਮ ਕੋਰਟ ਅੱਜ ਆਪਣਾ ਫੈਸਲਾ ਇਸ ਤੇ ਸੁਣਾ ਸਕਦੀ ਹੈ। ਬੇਸਿਕਲੀ ਜੇਕਰ ਗੱਲ ਕੀਤੀ ਜਾਵੇ ਤਾਂ ਮਸਲਾ ਇੱਥੇ ਜੋ ਪਾਲਿਸੀਜ਼ ਨੇ ਵੱਖੋ-ਵੱਖ 2 ਪਾਰਟੀਆਂ ਦੇ, ਇੱਕ ਤਾਂ ਕੇਂਦਰ ਸਰਕਾਰ ਔਰ ਦੂਸਰਾ ਆਮ ਆਦਮੀ ਪਾਰਟੀ, ਤਾਂ ਹੁਣ ਨਜ਼ਰਾਂ ਟਿਕਦੀਆਂ ਨੇ ਫੈਸਲੇ। ਤਾਂ ਉਧਰ ਸੋਨਾਲੀ ਫੋਗਾਟ ਦਾ ਅੱਜ ਅੰਤਿਮ ਸੰਸਕਾਰ ਹੋਵੇਗਾ। ਦੇਰ ਰਾਤ ਮ੍ਰਿਤਕ ਦੇ ਹਿਸਾਰ ਲਿਆਂਦੀ ਗਈ ਹੈ। 에ਅਰ ਐਂਬੂਲੈਂਸ ਦੇ ਜ਼ਰੀਏ ਗੋਆ ਤੋਂ ਦਿੱਲੀ ਲਿਆਂਦੀ ਗਈ ਬਾਡੀ ਔਰ ਦਿੱਲੀ ਤੋਂ ਸੜਕ ਮਾਰਗ ਦੇ ਜ਼ਰੀਏ ਮ੍ਰਿਤਕ ਦੇ ਹਿਸਾਰ ਲਿਆਂਦੀ ਗਈ ਹੈ। ਦੱਸਦੇ ਕਿ ਪੋਸਟਮਾਰਟਮ ਦੇ ਵਿੱਚ ਸੋਨਾਲੀ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਮਿਲੇ ਨੇ। ਗੋਆ ਪੁਲਿਸ ਨੇ ਕਤਲ ਦਾ ਕੇਸ ਜਿਹੜਾ ਉਹ ਦਰਜ ਕਰ ਦਿੱਤਾ ਹੈ ਔਰ ਪੀਏ ਸੁਧੀਰ ਸੰਗਵਾਨ ਅਤੇ ਉਸਦੇ ਦੋਸਤ ਸੁਖਵਿੰਦਰ ਸੰਗਵਾਨ ਤੇ ਪਰਚਾ ਦਰਜ ਹੋਇਆ। ਇਸ ਤੋਂ ਪਹਿਲਾਂ ਵੀ ਪਰਿਵਾਰ ਲਗਾਤਾਰ ਇਹੀ ਮੰਗ ਕਰ ਰਿਹਾ। ਉਹਨਾਂ ਦਾ ਇਹੀ ਕਹਿਣਾ ਹੈ ਕਿ ਇੱਕ ਤਾਂ ਜਿਹੜਾ ਰੇਪ ਹੈ ਹੁੰਦਾ ਰਿਹਾ ਹੈ ਸੋਨਾਲੀ ਫੋਗਾਟ ਦੇ ਨਾਲ ਔਰ ਇਸ ਤੋਂ ਇਲਾਵਾ ਜ਼ਮੀਨ ਹੜਪਣ ਦੇ ਵੀ ਇਲਜ਼ਾਮ ਲਗਾਏ ਨੇ ਕਿ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਤਾਂ ਹੁਣ ਵੀ ਉਹਨਾਂ ਦੇ ਵੱਲੋਂ ਇਹ ਵੱਡਾ ਇਲਜ਼ਾਮ ਲਾਇਆ ਗਿਆ ਕਿ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਤਾਂ ਅੱਜ ਸੰਸਕਾਰ ਹੋਏਗਾ, ਅੰਤਿਮ ਸੰਸਕਾਰ ਹੋਏਗਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ 에ਅਰਲਿਫਟ ਦੇ ਰਾਹੀਂ ਹੀ ਜਿਹੜਾ ਇਹ ਡੈਡ ਬਾਡੀ ਲਿਆਂਦੀ ਗਈ ਹੈ ਤਾਂ ਕਿਸ ਖਾਸ ਤੌਰ ਤੇ ਅੱਜ ਸੰਸਕਾਰ ਹੋਏਗਾ। ਤਾਂ ਇਸ ਤੋਂ ਇਲਾਵਾ ਕਤਲ ਦਾ ਇਹ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।
ब्लंट इंजर्ड बताया है। मर्डर सस्पेक्ट किया डॉक्टर से? बिल्कुल। जो एफआईआर करने में आपको कितनी दिक्कत आई है? कब जो उन्होंने एफआईआर दर्ज करी? एफआईआर तो उन्होंने दर्ज की नहीं पहले, पोस्टमार्टम के बाद वो पोस्टमार्टम के बाद। वो फेस ब्लू है और उनके कान ब्लू हैं, इंटरनल चोटें हैं और बाकी जो पोस्टमार्टम में है वही निशान है जो डॉक्टर ने दिए हैं। वो पोस्टमार्टम रिपोर्ट के अंदर आया हुआ है केमिकल, जो वो पॉइजन लगा लो, केमिकल है और जो भी है दिया ਗਿਆ ਹੈ ਨਸ਼ੀਲਾ ਪਦਾਰਥ। ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਰ ਵੀ ਜਿਹੜਾ ਸ਼ੱਕ ਹੈ ਉਹ ਡੂੰਘਾ ਪਰਿਵਾਰ ਦਾ ਹੁੰਦਾ ਜਾ ਰਿਹਾ। ਸੋਨਾਲੀ ਫੋਗਾਟ ਦੀ ਮੌਤ ਦਾ ਮਾਮਲਾ ਦੱਸਦੇ ਕਿ ਗੁੰਝਲਦਾਰ ਬਣਦਾ ਜਾ ਰਿਹਾ। ਪਹਿਲਾਂ ਹਾਰਟ ਅਟੈਕ ਦੀ ਗੱਲ ਕੀਤੀ ਜਾ ਰਹੀ ਸੀ, ਪਰ ਹੁਣ ਐਫਆਈਆਰ ਦੇ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ। ਇਹ ਰਿਪੋਰਟ। सोनाली फोगाट की मौत मिस्ट्री बन गई है। हार्ट अटैक तो शुरू हुई गल कतल वल वध रही है। सोनाली के परिवार ने उसके कतल का खदशा जाहिर किया है और पोस्टमार्टम की रिपोर्ट ने भी नवे शंके पैदा किए हैं। पोस्टमार्टम की रिपोर्ट के मुताबिक सोनाली फोगाट के शरीर से 4 ਤੋਂ 5 गहरियां सट्टां के निशान सन। सोनाली नूं जहर दिते जाण का भी खदशा जताया गया है। पोस्टमार्टम की रिपोर्ट के बाद और सोनाली के परिवार के बयानों के आधार पर गोवा पुलिस ने एफआईआर ਦੇ ਵਿੱਚ ਧਾਰਾ 302 ਵੀ ਜੋੜ ਦਿੱਤੀ ਹੈ ਕਿ सोनाली ਦੇ ਪੀਏ ਸੁਧੀਰ सांगवान ਅਤੇ ਉਸਦੇ ਸਾਥੀ ਸੁਖਵਿੰਦਰ ਦੇ ਖਿਲਾਫ ਦਰਜ ਕੀਤਾ ਗਿਆ ਹੈ। बस मेरा तो यही कहना है, अब उनको अरेस्ट तो कर लिया लेकिन पूरी अच्छी तरह जांच होनी चाहिए, सीबीआई जांच होनी चाहिए हरियाणा सरकार से, बाहर से। अभी उन्होंने किसके कहने पे किया, क्यों किया उन्होंने? पोस्टमार्टम रिपोर्ट में आगे हत्या है, कोई तो कोई है इनके पीछे, किसी वजह से तो हत्या हुई है। सोनाली फोगाट की मौत ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਾਲੇ ਹਰਿਆਣਾ ਸਰਕਾਰ हर तरह की जांच करवाउण दी गल आख रही है। पहला विषय है उनकी मृत्यु, उस विषय पर आगे बढ़ेंगे। बाद में जैसे परिवार को लोग कहेंगे और उस विषय में उन्होंने क्या कंप्लेंट की है, क्या नहीं की है, ये आफ्टर द इंसिडेंट बहुत सी चीज़ें ऐसी निकलती हैं, तो इसलिए उसके ऊपर एक तसल्ली करनी है कि वास्तव में कोई इसके पीछे कल्प्रेट है कि नहीं है। कोई कल्प्रेट है तो सारी चीज़ों की छानबीन हो जाएगी। सूत्रों के हवाले तो खबर यह भी है कि सोनाली की मौत के मामले दे विच हरियाणा के विधायक गोपाल कांडा भी जांच के घेरे में आ गए ने। मुलजम सुखविंदर नूं गोपाल कांडा का बेहद करीबी दस्सिया जा रहा है। कांडा का गोवा दे विच एक बहुत बड़ा कसीनो भी है। सोनाली के भरा ने पहला ही कांडा परिवार के नाल सुखविंदर की नेड़ता नूं लैके सवाल चुके सन। इस सब के विचाले सोनाली फोगाट की एक वीडियो भी चर्चा में है, जिस विच सोनाली का पीए सुधीर सांगवान और सुखविंदर उसके नाल डांस करते नजर आ रहे हैं। इस 36 मिनट की वीडियो के विच सोनाली फोगाट कई थावां ते डांस के दौरान असहज भी नजर आती है और खुद नूं सुखविंदर तो दूर करती भी नजर आ रही है। ये वीडियो कदों की है, कित्थों की है, इस बारे हाले तक कोई स्पष्ट जानकारी नहीं है। पोस्टमार्टम की रिपोर्ट ते परिवार के इल्जामों तो बाद सोनाली की मौत के मामले दे विच नवा मोड़ आ गया है। हुण तक इसनूं हार्ट अटैक मन्निया जा रहा सी, पर हुण कतल के नज़रिए तो भी केस की जांच की जा रही है। ब्यूरो रिपोर्ट, न्यूज़ 18। ਤਾਂ ਅੱਗੇ ਵਧਦੇ ਹਾਂ। ਪੰਜਾਬ ਦੀ ਆਬਕਾਰੀ ਨੀਤੀ ਵਿਵਾਦਾਂ ਦੇ ਵਿੱਚ ਘਿਰ ਗਈ ਹੈ। ਅਕਾਲੀ ਦਲ ਨੇ ਆਪ ਸਰਕਾਰ ਤੇ 500 ਕਰੋੜ ਦੇ ਘੁਟਾਲੇ ਦੇ ਇਲਜ਼ਾਮ ਲਗਾਏ ਨੇ। ਤਾਂ ਆਪ ਨੇ ਅਕਾਲੀ ਦਲ ਤੇ ਨਿਸ਼ਾਨਾ ਵਿੰਦਿਆਂ ਆਬਕਾਰੀ ਨੀਤੀ ਨੂੰ ਸਹੀ ਠਹਿਰਾਇਆ। ਇਸ ਤੇ ਵੀ ਨਜ਼ਰ ਪਾਵਾਂਗੇ। ਇੱਕ ਬ੍ਰੇਕ ਤੇ ਲਈ ਰੁਕ ਰਹੇ ਹਾਂ।